ਇਹਨਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਹੁਣ ਲਓ 55 ਸੈਂਟਸ ਤੱਕ ਦਾ ਫਿਊਲ ਡਿਸਕਾਊਂਟ। ਅਪਲਾਈ ਕਰਨ ਲਈ gonapta.org ਤੇ ਜਾਓ। ਕੋਈ ਫੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ। ਹੈ ਨਵਾਂ ਪਿੱਕਾ, ਉਹ ਵੀ ਪੂਰਾ ਸਜਾਇਆ। ਤੂੰ ਕਿਤੇ 2 ਨੰਬਰੀ ਗੇੜਾ ਤਾਂ ਨਹੀਂ ਲਾਇਆ? ਉਹ 2 ਨੰਬਰੀਆਂ ਕੋਲੋਂ ਤਾਂ ਖੇੜਾ ਛੁਡਾਇਆ। ਓਏ ਆਪਾਂ ਟਰੱਕ ਫਰੈਂਜ਼ਨੋ ਟਰਾਂਸਪੋਰਟ ਸਿੰਗਰ ਵਾਲਿਆਂ ਨਾਲ ਲਾਇਆ। 7% ਡਿਸਪੈਚ, 100% ਡੈਡੀਕੇਟਡ ਲੋਡ। ਸਾਰਾ ਸਾਲ ਕੈਲੀਫੋਰਨੀਆ ਤੋਂ ਟੈਕਸਸ, ਵਾਸ਼ਿੰਗਟਨ, ਮੈਰੀਲੈਂਡ, ਫਲੋਰੀਡਾ, ਨਿਊ ਜਰਸੀ ਦੇ ਰਾਉਂਡ ਟ੍ਰਿਪ। ਪੇਪਰ ਡ੍ਰੌਪ ਕਰੋ, ਪੇਮੈਂਟ ਸਿੱਧੀ ਖਾਤੇ 'ਚ। 35 ਸੈਂਟ ਡਿਸਕਾਊਂਟ ਵਾਲੇ ਫਿਊਲ ਕਾਰਡ, ਰੀਫਰ ਤੇ ਡਰਾਈ ਵੈਨ ਵੀ ਦਿੰਦੇ ਨੇ। ਤੁਸੀਂ ਗੇੜੇ ਲਾਉਣ ਵਾਲੇ ਬਣੋ, ਅਸੀਂ ਲੋਡ ਨਹੀਂ ਮੁੱਕਣ ਦਿੰਦੇ ਸਾਰਾ ਸਾਲ। ਓਨਰ ਆਪਰੇਟਰ ਅੱਜ ਹੀ ਕੰਟੈਕਟ ਕਰਨ। ਜਸ਼ਨਦੀਪ ਸਿੰਘ ਨਾਨੋਵਾਲੀਆ 5597870915 ਫ੍ਰੈਜ਼ਨੋ ਟਰਾਂਸਪੋਰਟ ਸਿੰਗਰ। ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਢਿੱਲੋਂ ਪੰਜਾਬੀ ਟਰੱਕਿੰਗ ਮੈਗਜ਼ੀਨ ਦੇ ਸਹਿਯੋਗ ਦੇ ਨਾਲ ਪੰਜਾਬੀ ਟਰੱਕਿੰਗ 360 ਦਾ ਇੱਕ ਹੋਰ ਐਪੀਸੋਡ ਲੈ ਕੇ ਰਮਨ ਢਿੱਲੋਂ ਸ਼ੋਅ ਦੇ ਵਿੱਚ ਹਾਜ਼ਰ ਹੋਇਆ। ਇਹ ਐਪੀਸੋਡ ਕੁਝ ਖਾਸ ਰਹੇਗਾ ਕਿਉਂਕਿ ਇਹ ਐਪੀਸੋਡ ਬੜੀ ਹੀ ਜ਼ਰੂਰੀ ਇੱਕ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਹੈਗੀ ਹੈ, ਜਿਹੜਾ ਕਿ ਇਸ ਵੇਲੇ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜੇ WhatsApp ਗਰੁੱਪ ਹੈਗੇ ਉਹਨਾਂ ਦੇ ਵਿੱਚ ਚੱਲ ਰਿਹਾ ਹੈਗਾ ਕਿ AB5 ਜਿਹੜਾ ਉਹ ਲਾਗੂ ਹੋ ਗਿਆ। ਓਨਰ ਆਪਰੇਟਰ ਜਿਹੜੇ ਬੈਨ ਹੋ ਗਏ ਕੈਲੀਫੋਰਨੀਆ 'ਚ, ਆਹ ਹੋ ਗਿਆ, ਉਹ ਹੋ ਗਿਆ। ਸੋ ਇਹ ਬਹੁਤ ਜ਼ਿਆਦਾ ਜਿਹੜਾ ਆ ਗਲਤ ਇਨਫੋਰਮੇਸ਼ਨ ਜਿਹੜੀ ਆ ਇਹ ਕੈਲੀਫੋਰਨੀਆ ਦੇ ਵਿੱਚ ਜਾਂ ਆਪਣੇ ਜਿਹੜੇ WhatsApp ਗਰੁੱਪ ਹੈਗੇ ਉਹਨਾਂ ਦੇ ਵਿੱਚ ਫੈਲਾਈ ਜਾ ਰਹੀ ਆ। ਹਰ ਇੱਕ ਨੂੰ ਇਹ ਗੱਲ ਕਹਿਣੀ ਆ ਕਿ ਪਹਿਲਾਂ ਜਿੰਨੀ ਦੇਰ ਤੱਕ ਤੁਸੀਂ ਸੈਟਿਸਫਾਈਡ ਨਹੀਂ ਹੈਗੇ ਤੇ ਗਲਤ ਇਨਫੋਰਮੇਸ਼ਨ ਜਿਹੜੀ ਆ ਫਾਰਵਰਡ ਨਾ ਕਰੋ। ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦੇ ਆ ਇਹ ਗਲਤ ਇਨਫੋਰਮੇਸ਼ਨ ਤੁਸੀਂ ਫਾਰਵਰਡ ਜਦੋਂ ਕਰਦੇ ਆ। ਤੁਸੀਂ ਵੀ ਹਿੱਸੇਦਾਰ ਬਣਦੇ ਆ ਉਸ ਜੁਰਮ ਦੇ ਵਿੱਚ, ਉਸ ਕਿਸੇ ਨੂੰ ਗਲਤ ਫਹਿਮੀ ਦੇ ਵਿੱਚ ਪਾਉਣ ਦੇ ਵਿੱਚ ਤੁਸੀਂ ਪੂਰੇ ਭਾਗੀਦਾਰ ਬਣਦੇ ਆ। ਔਰ ਸਾਡਾ ਪੂਰਾ ਜ਼ੋਰ ਲੱਗਦਾ ਹੈ ਕਿ ਅਸੀਂ ਸਹੀ ਇਨਫੋਰਮੇਸ਼ਨ ਆਪ ਜੀ ਤੱਕ ਲੈ ਕੇ ਆਈਏ, ਪਰ ਤੁਸੀਂ ਇਸ ਵੇਲੇ ਜਿਹੜੀ ਆ ਗਲਤ ਇਨਫੋਰਮੇਸ਼ਨ ਫੈਲਾਉਣ ਦੇ ਵਿੱਚ ਉਹਨਾਂ ਅਨਸਰਾਂ ਦੀ ਮਦਦ ਕਰ ਰਹੇ ਆ। ਔਰ ਹੋ ਸਕਦਾ ਕਿ ਤੁਹਾਡੀ ਗਲਤ ਫੈਲਾਈ ਹੋਈ ਇਨਫੋਰਮੇਸ਼ਨ ਸੁਣ ਕੇ ਕੋਈ ਇਨਸਾਨ ਗਲਤ ਕਦਮ ਚੁੱਕ ਲਵੇ, ਗਲਤ ਕੰਮ ਕਰ ਦੇਵੇ, ਤੇ ਉਹਦੇ ਲਈ ਤੁਸੀਂ ਹਮੇਸ਼ਾ ਦੇ ਲਈ ਆਪਣੇ ਆਪ ਨੂੰ ਜ਼ਿੰਮੇਵਾਰ ਸਮਝੋਗੇ ਜਾਂ ਤੁਸੀਂ ਜ਼ਿੰਮੇਵਾਰ ਹੋਵੋਗੇ। ਸੋ ਤੁਸੀਂ ਉਸ ਚੀਜ਼ ਨੂੰ ਧਿਆਨ 'ਚ ਰੱਖ ਕੇ ਇਹ ਗਲਤ ਇਨਫੋਰਮੇਸ਼ਨ ਕੋਈ ਵੀ ਜਿਹੜੀ ਹੈਗੀ ਆ ਉਹਨੂੰ ਤੁਸੀਂ ਨਾ ਫੈਲਾਇਆ ਕਰੋ। ਪਹਿਲਾਂ ਚੰਗੀ ਤਰ੍ਹਾਂ ਉਸ ਇਨਫੋਰਮੇਸ਼ਨ ਨੂੰ ਜਾਣਕਾਰੀ ਉਹਦੀ ਪ੍ਰਾਪਤ ਕਰੋ ਕਿ ਉਹ ਕਿੱਥੋਂ ਤੱਕ ਸਹੀ ਹੈਗੀ ਹੈ, ਕਿੱਥੋਂ ਤੱਕ ਨਹੀਂ, ਤੇ ਉਸ ਤੋਂ ਬਾਅਦ ਹੀ ਜਿਹੜੀ ਆ ਇਨਫੋਰਮੇਸ਼ਨ ਜਿਹੜੀ ਆ ਅੱਗੇ ਲੈ ਕੇ ਜਾਇਆ ਕਰੋ। ਤੇ ਅੱਜ ਆਪਾਂ ਗੱਲ ਕਰਾਂਗੇ AB5 ਦੀ। AB5 ਜਿਹੜਾ ਹੈਗਾ ਆ ਉਹ ਲਾਅ ਜਿਹੜਾ ਉਹ ਕੈਲੀਫੋਰਨੀਆ ਦੇ ਵਿੱਚ ਇਹ 2019 ਦੇ ਵਿੱਚ ਜਿਹੜਾ ਆ ਸਾਈਨ ਹੋਇਆ ਗਵਰਨਰ ਵੱਲੋਂ, ਤੇ ਜਨਵਰੀ 1, 2020 ਨੂੰ ਇਸ ਲਾਅ ਨੇ ਇਫੈਕਟ ਲੈਣਾ ਸੀਗਾ। ਔਰ ਜਦੋਂ ਇਸ ਲਾਅ ਨੇ ਇਫੈਕਟ ਲੈਣਾ ਸੀਗਾ ਉਦੋਂ ਇਹਦੇ ਉੱਤੇ ਬਹੁਤ ਕੰਮ ਹੋਇਆ। ਅਸੀਂ ਤੁਹਾਨੂੰ ਸਾਰਿਆਂ ਨੂੰ ਬਹੁਤ ਜਾਣਕਾਰੀ ਦਿੱਤੀ ਹੈ 2018-19 ਦੇ ਵਿੱਚ ਇਸ ਲਾਅ ਦੇ ਬਾਰੇ ਦੇ ਵਿੱਚ। ਅਸੀਂ ਬੜੀ ਵਾਰੀ ਨਾਪਟਾ ਵੱਲੋਂ ਇਹ ਆਪਣੇ ਸੈਕਰਾਮੈਂਟੋ ਦੇ ਵਿੱਚ ਜਾ ਕੇ ਇਹਦੇ ਬਾਰੇ ਦੇ ਵਿੱਚ ਸਟੇਟਮੈਂਟਾਂ ਦਿੱਤੀਆਂ। ਇਹਦੇ ਬਾਰੇ 'ਚ ਅਸੀਂ ਜਿਹੜੀਆਂ ਕਮੇਟੀਜ਼ ਬੈਠੀਆਂ ਸੀ ਉਹਨਾਂ ਸਾਹਮਣੇ ਅਸੀਂ ਜਿਹੜੀਆਂ ਆਪਣੀਆਂ ਸਟੇਟਮੈਂਟ ਸੀਗੀਆਂ ਉਹ ਦਰਜ ਕਰਵਾਈਆਂ, ਬੜਾ ਕੁਛ ਕੀਤਾ। ਪਰ ਲੇਕਿਨ ਉਦੋਂ ਕੋਈ ਵੀ ਤੁਹਾਡੇ 'ਚੋਂ ਜਿਹੜਾ ਆ ਉੱਥੇ ਪਹੁੰਚ ਨਹੀਂ ਸੀ ਕਰਦਾ, ਉੱਥੇ ਨਹੀਂ ਸੀ ਪਹੁੰਚਦਾ ਮੀਟਿੰਗਸ ਦੇ ਉੱਤੇ ਜਾਂ ਜਿਹੜੀਆਂ ਵੀ ਅਸੀਂ ਰੈਲੀਆਂ ਉੱਥੇ ਜੋ ਵੀ ਕੁਛ ਕੀਤਾ ਹੈ ਕਿਸੇ ਦੇ ਵਿੱਚ ਅਸੀਂ ਕੋਈ ਬੰਦਾ ਨਹੀਂ ਦੇਖਿਆ ਇਹਨੂੰ ਸਪੋਰਟ ਕਰਦਾ। ਸੋ ਹੁਣ ਗੱਲ ਇਹ ਹੈ ਕਿ ਇਹ ਜਿਹੜਾ ਲਾਅ ਹੈਗਾ ਇਹ ਜਦੋਂ AB5 ਆਇਆ 2019 ਦੇ ਵਿੱਚ ਸਾਈਨ ਹੋਇਆ, 2020 ਦੇ ਵਿੱਚ ਇਹਨੂੰ ਲਾਗੂ ਕਰਨ ਦੀ ਗੱਲ ਕੀਤੀ ਗਈ। ਤੇ ਇਹ ਜਿਹੜਾ ਲਾਅ ਹੈਗਾ ਇਹ ਇੱਕ ਮਤਲਬ ਕਿ ਤੁਸੀਂ ਇਹ ਨਾ ਕਹੋ ਕਿ ਜ਼ਿੰਦਗੀ ਖੜੀ ਹੋ ਜਾਣੀ ਇਹਦੇ ਨਾਲ, ਠੀਕ ਹੈ ਨਾ। ਹਾਂ ਠੀਕ ਆ, ਸਾਨੂੰ ਮੌਕੇ 'ਤੇ ਲੜਨਾ ਚਾਹੀਦਾ ਸੀਗਾ, ਮੌਕੇ 'ਤੇ ਸਾਨੂੰ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਸੀਗੀਆਂ, ਮੌਕੇ 'ਤੇ ਅਸੀਂ ਉਹ ਚੀਜ਼ਾਂ ਨਹੀਂ ਕੀਤੀਆਂ। ਔਰ ਛੋਟੀਆਂ ਐਸੋਸੀਏਸ਼ਨਾਂ ਜਿਹੜੀਆਂ ਆ, ਛੋਟੇ ਕਿੱਤੇ ਜਿਹੜੇ ਆ ਉਹ ਵੀ ਇਹਦੇ 'ਚੋਂ ਐਗਜ਼ੈਂਪਟ ਆਪਣੇ ਆਪ ਨੂੰ ਕਰਵਾ ਗਏ, ਸਿਰਫ ਇਸ ਜ਼ੋਰ 'ਤੇ ਕਿ ਉਹਨਾਂ ਦੇ ਵਿੱਚ ਏਕਾ ਸੀਗਾ, ਇਕੱਠੇ ਸੀਗੇ, ਉਹਨਾਂ ਨੇ ਇਕੱਠਿਆਂ ਹੋ ਕੇ ਲੜਾਈ ਲੜੀ। ਚਾਹੇ ਉਹ ਬਾਰਬਰ ਐਸੋਸੀਏਸ਼ਨ ਸੀ, ਚਾਹੇ ਡਾਕਟਰਾਂ ਦੀ ਐਸੋਸੀਏਸ਼ਨ, ਨਰਸਾਂ ਦੀ ਐਸੋਸੀਏਸ਼ਨ, ਰੀਅਲ ਸਟੇਟ ਦੀ, ਮਤਲਬ ਤੁਸੀਂ ਨਾ ਲਓ ਕਿ ਹਰ ਜਿਹੜਾ ਕਿੱਤਾ ਸੀਗਾ ਉਹ ਇਸ ਚੀਜ਼ ਦੇ ਵਿੱਚੋਂ ਐਗਜ਼ੰਪਸ਼ਨ ਲੈ ਗਿਆ ਆਪਣੇ ਏਕੇ ਦੇ ਜ਼ੋਰ 'ਤੇ। ਔਰ ਟਰੱਕਿੰਗ ਜਿਹੜੀ ਐਸੀ ਆ ਜਿਹੜੀ ਕਿ ਸਾਰਿਆਂ ਨਾਲੋਂ ਵੱਡੀ ਹੋਣ ਦੇ ਬਾਵਜੂਦ, ਨਾ ਏਕਾ ਹੋਣ ਦੇ ਬਾਵਜੂਦ ਇਸ ਐਗਜ਼ੰਪਸ਼ਨ ਨੂੰ ਨਹੀਂ ਲੈ ਸਕੀ ਔਰ ਇਹ ਤਰਾਸਦੀ ਰਹੀ ਹੈ ਸਾਡੀ। ਸੋ ਚਲੋ AB5 ਦੇ ਉੱਤੇ ਗੱਲ ਕਰਦੇ ਹਾਂ। AB5 ਕੀ ਆ? AB5 ਜਿਹੜਾ ਹੈਗਾ ਉਹ ਗਿਗ ਵਰਕਰ, ਜਿਹੜੇ ਆਨਲਾਈਨ ਵਰਕਰਸ ਜਿਹੜੇ ਕੰਮ ਕਰਦੇ ਆ ਆਨਲਾਈਨ, ਜਿੱਦਾਂ ਕਿ ਐਪਸ ਆ, ਊਬਰ ਆ, ਲਿਫਟ ਆ, ਜਿੱਦਾਂ ਆਪਣੀ ਫੂਡ ਡਿਲੀਵਰੀ ਵਾਲੇ ਆ,
ਇਹਨਾਂ ਸਾਰਿਆਂ ਦੇ ਉੱਤੇ ਇਹ ਜਿਹੜਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਸੀਗੀ। ਇਹਦੇ ਨਾਲ ਜਿਹੜੇ ਲੋਕੀ ਕੰਮ ਕਰਦੇ ਆ, ਕਿਸੇ ਨਾਲ ਲੀਜ਼ਡ ਓਨਰ ਆਪਰੇਟਰ ਹੈਗੇ ਆ, ਜਾਂ ਕਿਸੇ ਦਾ ਟ੍ਰੇਲਰ ਖਿੱਚਦੇ ਹੈਗੇ ਆ, ਜਾਂ ਕੁਛ ਇੱਕ ਪਰਮਾਨੈਂਟ ਬੰਦੇ ਨਾਲ ਕੰਮ ਕਰਦੇ ਹੈਗੇ, ਇਹ ਉਹਨਾਂ ਦੇ ਵਾਸਤੇ ਹੈਗਾ। ਸੋ ਇਹਦੇ ਵਿੱਚ ਬੜੀ ਇੱਕ ਅਮੇਜ਼ਿੰਗ ਚੀਜ਼ ਹੈਗੀ ਆ ਕਿ ਇਸ ਚੀਜ਼ ਨੂੰ ਬਹੁਤ ਗਲਤ ਤਰੀਕੇ ਨਾਲ ਪੋਰਟਰੇ ਕੀਤਾ ਜਾ ਰਿਹਾ, ਬਹੁਤ ਗਲਤ ਤਰੀਕੇ ਨਾਲ ਦੱਸਿਆ ਜਾ ਰਿਹਾ। ਸੋ ਇਹਦੇ ਵਿੱਚ ਜਿਹੜਾ ਪਹਿਲਾਂ ਬੋਰੈਲੋ ਲਾਅ ਸੀਗਾ, ਬੋਰੈਲੋ ਟੈਸਟ ਜਿਹੜਾ ਸੀਗਾ, ਬੋਰੈਲੋ ਟੈਸਟ, ਉਹ ਲਾਗੂ ਕੀਤਾ ਜਾਂਦਾ ਸੀ। ਉਹਦੇ ਤਹਿਤ ਦੇਖਿਆ ਜਾਂਦਾ ਸੀ IRS ਵੀ ਉਹਨੂੰ ਯੂਜ਼ ਕਰਦੀ ਆ ਟੂ ਮੇਕ ਸ਼ੋਰ ਕਿ ਇਹ ਬੰਦਾ ਇੰਪਲੋਈ ਆ ਜਾਂ ਇੰਡੀਪੈਂਡੈਂਟ ਕਾਂਟਰੈਕਟਰ ਆ। ਸੋ IRS ਵੱਲੋਂ ਵੀ ਬੋਰੈਲੋ ਲਾਅ ਜਿਹੜਾ ਸੀਗਾ ਉਹ ਯੂਜ਼ ਕੀਤਾ ਜਾਂਦਾ ਸੀਗਾ। ਹੁਣ ਬੋਰੈਲੋ ਟੈਸਟ ਜਾਂ ਬੋਰੈਲੋ ਲਾਅ ਜਿਹੜਾ ਆ ਉਹਨੂੰ ਰਿਪਲੇਸ ਕਰ ਰਿਹਾ ABC ਟੈਸਟ। ਸੋ ABC ਟੈਸਟ ਜਿਹੜਾ ਆ ਉਹ ਉਸ ਬੋਰੈਲੋ ਲਾਅ ਨੂੰ ਸੁਪਰਸੀਡ ਕਰ ਰਿਹਾ, ਉਹਨੂੰ ਉਹਦੇ ਉੱਤੋਂ ਦੀ ਆ ਰਿਹਾ। ਸੋ ਜਿਹੜਾ ਬੋਰੈਲੋ ਲਾਅ ਸੀਗਾ ਉਹ ਬਹੁਤ ਈਜ਼ੀ ਸੀਗਾ, ਇਸ ਕਰਕੇ ਬਹੁਤ ਜਣੇ ਜਿਹੜੇ ਸੀਗੇ ਉਸ ਟੈਸਟ ਨੂੰ ਮਿਸਯੂਜ਼ ਹੋ ਜਾਂਦਾ ਸੀਗਾ ਉੱਥੇ, ਕਿ ਉਹਦੀ ਸਮਝ ਨਹੀਂ ਸੀ ਆਉਂਦੀ ਕਿ ਇੰਡੀਪੈਂਡੈਂਟ ਕਾਂਟਰੈਕਟਰ ਕੀ ਆ, ਕਿਹਨੂੰ ਇੰਡੀਪੈਂਡੈਂਟ ਕਾਂਟਰੈਕਟਰ ਲਓਗੇ ਅਤੇ ਕਿਹਨੂੰ ਤੁਸੀਂ ਜਿਹੜਾ ਆ ਉਹ ਇੰਪਲੋਈ ਮੰਨੋਗੇ। ਸੋ ਬੋਰੈਲੋ ਟੈਸਟ ਜਿਹੜਾ ਆ ਉਹ ਜਿਹੜੇ ਹੁਣ ਇਸ ਚੀਜ਼ ਤੋਂ ਐਗਜ਼ੈਂਪਟ ਲੈ ਕੇ ਗਈਆਂ, ਜਿੰਨੀਆਂ ਵੀ ਆਕੂਪੇਸ਼ਨਾਂ ਇਸ ਚੀਜ਼ ਤੋਂ ਐਗਜ਼ੈਂਪਟ ਲਿਆ, ਉਹ ਸਾਰੀਆਂ ਦੀਆਂ ਸਾਰੀਆਂ ਆਕੂਪੇਸ਼ਨਾਂ ਜਿਹੜੀਆਂ ਉਹ ਬੋਰੈਲੋ ਲਾਅ ਫੋਲੋ ਕਰਨਗੀਆਂ। ਉਹਦਾ ਇਹ ਮਤਲਬ ਨਹੀਂਗਾ ਕਿ ਉਹ ਟੋਟਲੀ ਬਾਹਰ ਹੋ ਗਿਆ, ਉਹਨਾਂ ਨੂੰ ਬੋਰੈਲੋ ਲਾਅ ਫੋਲੋ ਕਰਨਾ ਪੈਣਾ, ਮਤਲਬ ਕਿ ਥੋੜ੍ਹੀ ਜਿਹੀ ਲੀਨੀਅੰਸੀ ਹੈਗੀ ਉਹਨਾਂ ਦੇ ਲਈ। ਸੋ ਉਹ ਕਾਫੀ ਆਕੂਪੇਸ਼ਨਾਂ ਹੈਗੀਆਂ ਜਿਹੜੀਆਂ ਕਿ ਚਾਹੇ ਫਿਜ਼ੀਸ਼ੀਅਨਸ ਜਾਂ ਸਰਜਨਸ ਜਾਂ ਡੈਂਟਿਸਟ ਜਾਂ ਆਪਣੇ ਸਾਈਕੋਲੋਜਿਸਟ, ਵੈਟਰਨੇਰੀਅਨਸ ਜਾਂ ਇੰਸ਼ੋਰੈਂਸ ਬ੍ਰੋਕਰ ਜਾਂ ਅੰਡਰਰਾਈਟਰ, ਪ੍ਰੀਮੀਅਮ ਆਡੀਟਰਸ, ਰਿਸਕ ਮੈਨੇਜਰਸ, lawyers, architect, landscape architect, engineers, private investigators, accountants, registered security broker dealers, direct sales people, manufactured housing salesperson, ਇਹ ਸਾਰੇ ਜਿਹੜੇ ਲੋਕੀ ਆ ਇਹ ਇਸ ਚੀਜ਼ ਤੋਂ ਬਾਹਰ ਹੋ ਗਏ ਆ, ਇਸ ਚੀਜ਼ ਤੋਂ ਪਰੇ ਚਲੇ ਗਏ। ਕਿਉਂ? ਕਿਉਂਕਿ ਇਹਨਾਂ ਦੀਆਂ ਐਸੋਸੀਏਸ਼ਨਾਂ ਤਕੜੀਆਂ ਸੀ, ਏਕਾ ਸੀਗਾ, ਔਰ ਇਹ ਆਪਣੇ ਆਪ ਨੂੰ ਐਗਜ਼ੈਂਪਟ ਕਰਵਾ ਗਏ, ਔਰ ਇਹਨਾਂ ਨੂੰ ਬੋਰੈਲੋ ਟੈਸਟ ਜਿਹੜਾ ਹੀ ਫੋਲੋ ਕਰਨਾ ਪੈਣਾ। ਬੋਰੈਲੋ ਟੈਸਟ ਜਿਹੜਾ ਆ ਉਹ ਥੋੜ੍ਹਾ ਜਿਹਾ ਸੌਖਾ ਆ, ਥੋੜ੍ਹਾ ਜਿਹਾ ਈਜ਼ੀ ਆ, ਉਹਨੂੰ ਫੋਲੋ ਕਰਨਾ ਜਾਂ ਉਹਨੂੰ ਮੰਨਣਾ ਥੋੜ੍ਹਾ ਜਿਹਾ ਈਜ਼ੀ ਆ। ਹੁਣ ਇੱਥੇ ਗੱਲ ਕਰੀਏ ਕਿ ਜਿਹੜੇ ਬੋਰੈਲੋ ਟੈਸਟ ਹੈਗਾ ਆ ਉਹਦੇ ਵਿੱਚ ਇਹ ਜਿਹੜੀਆਂ ਸਾਰੀਆਂ ਕੈਟੇਗਰੀਜ਼ ਆਪਾਂ ਦੇਖੀਆਂ ਹੈਗੀਆਂ, ਇਹਨਾਂ ਨੂੰ ਬੋਰੈਲੋ ਟੈਸਟ ਫੋਲੋ ਕਰਨਾ ਪੈਣਾ। ਉਹਦੇ ਨਾਲ ਇਹਨਾਂ ਨੂੰ 6 ਹੋਰ ਜਿਹੜੀਆਂ ਫੈਕਟਰਸ ਹੈਗੇ ਉਹਨਾਂ ਨੂੰ ਸੈਟਿਸਫਾਈ ਕਰਨਾ ਪੈਣਾ। ਉਹਨਾਂ 'ਚ ਪਹਿਲਾ ਫੈਕਟਰ ਹੈਗਾ ਕਿ ਇਹ ਆਪ ਦੀ ਸੈਪਰੇਟ ਬਿਜ਼ਨਸ ਲੋਕੇਸ਼ਨ ਓਨ ਕਰਦੇ ਹੋਣ, ਜਿਹੜੀ ਫਰਮ ਨੇ ਹਾਇਰ ਕੀਤਾ ਉਹਨਾਂ ਤੋਂ ਸੈਪਰੇਟ ਇਹਨਾਂ ਦੀ ਆਪਣੀ ਲੋਕੇਸ਼ਨ ਹੋਵੇ। ਇਹਨਾਂ ਦੇ ਕੋਲ ਬਿਜ਼ਨਸ ਲਾਇਸੈਂਸ ਹੋਣਾ ਚਾਹੀਦਾ। ਇਹ ਆਪਣਾ ਜਿਹੜਾ ਰੇਟਸ ਹੈਗੇ ਆ ਦੇ ਵਿਲ ਬੀ ਏਬਲ ਟੂ ਨੈਗੋਸ਼ੀਏਟ ਰੇਟਸ, ਅਤੇ ਉਹ ਜਿਹੜੇ ਆਪਣੇ ਘੰਟੇ ਉਹ ਸੈੱਟ ਕਰ ਸਕਦੇ ਹੋਣ। ਸੋ ਇਹ 4-5 ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਹਨਾਂ ਨੂੰ ਫੋਲੋ ਕਰਨੀਆਂ ਪੈਣੀਆਂ। ਅਤੇ ਹੁਣ ਆਪਾਂ ਇਸ ਤੋਂ ਬਾਅਦ ਜਿਹੜਾ ਅਗਲਾ ਹਿੱਸਾ ਹੈਗਾ ਆਪਣੀ ਜਿਹੜੇ ਪ੍ਰੋਗਰਾਮ ਦਾ, ਉਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ABC ਟੈਸਟ ਕੀ ਹੈ ਅਤੇ ABC ਟੈਸਟ ਕਿੱਦਾਂ ਟਰੱਕਿੰਗ ਨੂੰ ਜਿਹੜਾ ਆ ਇਫੈਕਟ ਕਰੂਗਾ, ਕਿਵੇਂ ਟਰੱਕਿੰਗ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਇਫੈਕਟ ਹੋਊਗੀ। ਸੋ ਆਪਾਂ ABC ਟੈਸਟ ਬਾਰੇ ਅਗਲੇ ਜਿਹੜੇ ਹਿੱਸੇ ਦੇ ਵਿੱਚ ਆ ਉਹ ਗੱਲ ਕਰਾਂਗੇ। ਤੁਸੀਂ ਕਿਤੇ ਨਹੀਂ ਜਾਣਾ, ਇੱਦਾਂ ਹੀ ਸੁਣਦੇ ਰਹੋ ਅਤੇ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਇਨ੍ਹਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕੋਰਪੋਰੇਟਡ, ਪਾਵਰਡ ਬਾਈ 25 years of combined trucking experience। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatrateDispatching.com। Low discounts, fuel, tires, dispatching services, ELDs, factoring, workers' compensation insurance, group healthcare, trucking softwares ਤੇ ਅਤੇ ਹੋਰ ਵੀ ਬਹੁਤ ਕੁਝ। ਮੈਂਬਰਸ਼ਿਪ ਲਈ ਅਪਲਾਈ ਕਰਨ ਲਈ gonapta.org ਤੇ ਜਾਓ। ਸਵਾਗਤ ਹੈ ਜੀ ਤੁਹਾਡਾ ਬ੍ਰੇਕ ਤੋਂ ਬਾਅਦ। ਮੈਂ ਰਮਨ ਢਿੱਲੋਂ ਪੰਜਾਬੀ ਟਰੱਕਿੰਗ ਮੈਗਜ਼ੀਨ ਦੇ ਸਹਿਯੋਗ ਦੇ ਨਾਲ ਪੰਜਾਬੀ ਟਰੱਕਿੰਗ 360 ਦਾ ਇੱਕ ਹੋਰ ਐਪੀਸੋਡ ਲੈ ਕੇ ਮੈਂ ਰਮਨ ਢਿੱਲੋਂ ਸ਼ੋਅ ਦੇ ਵਿੱਚ ਹਾਜ਼ਰ ਹੋਇਆ। ਅਤੇ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀਗੇ ABC ਟੈਸਟ ਦੇ ਬਾਰੇ ਦੇ ਵਿੱਚ, AB5 ਲਾਅ ਦੇ ਬਾਰੇ ਦੇ ਵਿੱਚ, ਜਿਵੇਂ ਕਿ ਬਹੁਤ ਭਰਮ ਭੁਲੇਖੇ ਜਿਹੜੇ ਆ ਉਹ ਪਾਏ ਜਾ ਰਹੇ ਆ ਕਿ FMCSA ਨੇ ਅਪਰੂਵ ਕਰ ਦਿੱਤਾ ਜੀ, FMCSA ਨੇ ਆ ਕਰਤਾ।
ਪਹਿਲੀ ਗੱਲ ਤਾਂ ਇਹ ਦੱਸਾਂ ਕਿ FMCSA ਦੇ ਨਾਲ AB5 ਦਾ ਕੋਈ ਲੈਣਾ ਦੇਣਾ ਨਹੀਂ ਗਾ। FMCSA ਦਾ ਕੋਈ ਅਧਿਕਾਰ ਖੇਤਰ ਨਹੀਂ ਹੈਗਾ। ਇਹ FMCSA ਇਸ ਬਾਰੇ ਦੇ ਵਿੱਚ ਕੋਈ ਫੈਸਲਾ ਨਹੀਂ ਲੈ ਸਕਦੀ। ਸੋ ਇਹ ਸਰਾਸਰ ਗਲਤ ਔਰ ਝੂਠ ਹੈ। ਸੋ ਕਿਸੇ ਵੀ ਇਸ ਅਫਵਾਹ ਦੇ ਉੱਤੇ ਵਿਚਾਰ ਕਰਨ ਤੋਂ ਪਹਿਲਾਂ, ਸੋਚਣ ਤੋਂ ਪਹਿਲਾਂ ਇਹ ਦੇਖਿਆ ਕਰੋ ਵੀ ਜਿਹੜੀ ਏਜੰਸੀ ਦਾ ਨਾਂ ਲਿਆ ਜਾ ਰਿਹਾ ਕੀ ਇਹ ਜਿਹੜਾ ਕੰਮ ਹੈਗਾ ਉਹਦੇ ਅਧਿਕਾਰ ਖੇਤਰ ਦੇ ਵਿੱਚ ਹੈਗਾ ਕਿ ਨਹੀਂ ਹੈਗਾ। ਸੋ ਬਹੁਤ ਸੋਚ ਸਮਝ ਕੇ ਸਾਰੀ ਚੀਜ਼ ਜਿਹੜੀ ਆ ਉਹ ਦੇਖਿਆ ਕਰੋ, ਸਮਝਿਆ ਕਰੋ, ਉਹਨੂੰ ਜਿਹੜੀ ਆ ਫਾਰਵਰਡ ਕਰਿਆ ਕਰੋ ਤਾਂ ਕਿ ਗਲਤ ਇਨਫੋਰਮੇਸ਼ਨ ਜੋ ਤੁਸੀਂ ਫਾਰਵਰਡ ਕਰਦੇ ਆ ਤੇ ਉਹਦੇ ਵਿੱਚ ਤੁਸੀਂ ਵੀ ਓਨੇ ਹੀ ਜੁਰਮ ਦੇ ਭਾਗੀਦਾਰ ਹੁੰਦੇ ਆ ਜਿੰਨਾ ਕਿ ਕੋਈ ਗਲਤ ਇਨਫੋਰਮੇਸ਼ਨ ਦੱਸਣ ਵਾਲਾ ਪਹਿਲਾਂ। ਸੋ ਪਲੀਜ਼ 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 ਬਹੁਤ ਹੱਥ ਜੋੜ ਕੇ ਬੇਨਤੀ ਹੈ ਕਿ ਇਨਫੋਰਮੇਸ਼ਨ ਨੂੰ ਬੜੇ ਧਿਆਨ ਦੇ ਨਾਲ ਪਹਿਲਾਂ ਜਾਂਚਿਆ ਕਰੋ, ਸਮਝਿਆ ਕਰੋ। ਸਾਡੇ ਕਮਿਊਨਿਟੀ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਬਣਦੀ ਜਾ ਰਹੀ ਆ ਕਿ ਇਹ ਜਿਹੜੇ WhatsApp ਗਰੁੱਪਸ ਹੈਗੇ ਆ ਜਾਂ ਜਿਹੜਾ TikTok ਹੈਗਾ ਜਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਦੇ ਵਿੱਚ ਇਹ ਸਾਰਾ ਜਿਹੜਾ ਕੰਮ ਹੈਗਾ ਬੜੀ ਜਲਦੀ ਹੀ ਪਿਕਅਪ ਕੀਤਾ ਜਾਂਦਾ ਔਰ ਗਲਤ ਇਨਫੋਰਮੇਸ਼ਨ ਦੇ ਪਿੱਛੇ ਬੜੀ ਛੇਤੀ ਭੱਜਿਆ ਜਾਂਦਾ। ਸੋ ਚਲੋ ਜੀ ਗੱਲ ਕਰਦੇ ਹਾਂ ABC ਟੈਸਟ ਦੀ, ਜਿਹੜਾ ਕਿ AB5 ਦਾ ਜਿਹੜਾ ਲਾਅ ਕੈਲੀਫੋਰਨੀਆ ਦੇ ਵਿੱਚ 2019 ਦੇ ਵਿੱਚ ਸਾਈਨ ਹੋਇਆ ਤੇ 2020 ਦੇ ਵਿੱਚ ਲਾਗੂ ਹੋਣਾ ਸੀਗਾ। ਉਹਦੇ ਲਈ ਜਿਹੜੀ ABC ਟੈਸਟ ਵਰਤਿਆ ਜਾਂਦਾ ਉਹਦਾ ਕੀ ਮਤਲਬ ਹੈਗਾ। ਜਿਹੜਾ ਇਹ ਮਤਲਬ ਹੈਗਾ ਇਹਦੇ ਵਿੱਚ ਹੈਗਾ ਕਿ ਜਿਹੜਾ ਵਰਕਰ ਹੈਗਾ ਜਿਹਨੂੰ ਕੰਮ ਦਿੱਤਾ ਗਿਆ ਹੈਗਾ ਉਹ ਹਾਇਰਿੰਗ ਐਂਟੀਟੀ ਦੇ ਜਿਹੜੇ ਆ ਉਹ ਬਿਲਕੁਲ ਕੰਟਰੋਲ ਤੇ ਫ੍ਰੀ ਆਫ ਕੰਟਰੋਲ ਤੇ ਡਾਇਰੈਕਸ਼ਨ ਤੋਂ ਹੋਣਾ ਚਾਹੀਦਾ ਤੇ ਜਿਹੜਾ ਵੀ ਉਹਨਾਂ ਦਾ ਜੋ ਵੀ ਕੰਮ ਹੈਗਾ ਉਹ ਕੰਟਰੈਕਟ ਦੇ ਵਿੱਚ ਲਿਖਿਆ ਹੋਣਾ ਚਾਹੀਦਾ। ਸੋ ਇਹ ਪਹਿਲਾ ਇਹ ਹੈਗਾ ਕਿ ਜੇ ਇਹ ਮਤਲਬ ਕਿ ਉਹਦੇ ਡਾਇਰੈਕਟ ਕੰਟਰੋਲ ਤੋਂ ਬਾਹਰ ਹੈਗਾ ਤੇ ਉਹਦਾ ਜਿਹੜਾ ਕੰਟਰੈਕਟ ਲਿਖਿਆ ਹੈਗਾ, ਠੀਕ ਹੈ, ਇਹ ਮੰਨਿਆ ਜਾਊਗਾ ਕਿ ਇਹ ਪਾਰਟ ਹੈਗਾ। ਜਿਹੜਾ ਇਹਦਾ B ਪਾਰਟ ਆ ਉਹ ਹੈਗਾ ਕਿ ਜਿਹੜਾ ਹਾਇਰ ਕਰਨ ਵਾਲਾ ਕੰਪਨੀ ਹੈਗੀ ਆ ਤੇ ਜਿਹੜੀ ਹਾਇਰ ਹੋਣ ਵਾਲੀ ਕੰਪਨੀ ਜਿਹੜਾ ਇੰਡੀਪੈਂਡੈਂਟ ਕੰਟਰੈਕਟਰ ਹੈਗਾ, ਓਨਰ ਆਪਰੇਟਰ ਹੈਗਾ, ਉਹ ਸੇਮ ਲਾਈਨ ਆਫ ਬਿਜ਼ਨਸ 'ਚ ਨਹੀਂ ਹੋਣੇ ਚਾਹੀਦੇ। ਠੀਕ ਹੈ ਜੀ। ਤੇ C ਜਿਹੜਾ ਹੈਗਾ ਉਹ ਹੈਗਾ ਕਿ ਜਿਹੜਾ ਵਰਕਰ ਹੈਗਾ ਉਹ ਇੰਡੀਪੈਂਡੈਂਟਲੀ ਓਨਡ ਜਿਹੜਾ ਐਸਟੈਬਲਿਸ਼ ਟ੍ਰੇਡ ਹੈਗਾ, ਆਕੂਪੇਸ਼ਨ ਹੈਗਾ, ਉਹਦੇ ਵਿੱਚ ਹੋਣਾ ਚਾਹੀਦਾ, ਚਾਹੇ ਉਹ ਸੇਮ ਨੇਚਰ ਦਾ ਉਹ ਅੱਡ ਬਿਲਕੁਲ ਹੋਣਾ ਚਾਹੀਦਾ, ਸੈਪਰੇਟ ਹੋਣਾ ਚਾਹੀਦਾ। ਹੁਣ ਸਾਰਿਆਂ ਨੂੰ ਵੱਡੀ ਪ੍ਰੋਬਲਮ ਇਹਦੇ 'ਚ ਇਹ ਪਾਤੀ ਕਿ ਇਹਨਾਂ ਨੇ ABC ਦੇ ਵਿੱਚ ਐਂਡ ਪਾਤਾ ਔਰ ਨਹੀਂ, ਮਤਲਬ ਇਹ ਤਿੰਨੇ ਚੀਜ਼ਾਂ ਨੂੰ ਸੈਟੀਸਫਾਈ ਕਰੋਗੇ ਤੇ ਤਾਂ ਤੁਸੀਂ ਜਿਹੜੇ ਆ ਉਹ ਇੰਡੀਪੈਂਡੈਂਟ ਕੰਟਰੈਕਟਰ ਨਹੀਂ ਹੋ ਸਕਦੇ, ਤੁਸੀਂ ਇੰਪਲੋਈ ਹੋਵੋਗੇ। ਜੇ ਇਹ ਤਿੰਨੇ ਕੰਡੀਸ਼ਨਾਂ ਵਿੱਚੋਂ ਕੋਈ ਵੀ ਕੰਡੀਸ਼ਨ ਤੁਹਾਡੇ ਤੇ ਲਾਗੂ ਹੁੰਦੀ ਆ ਤੇ ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਨਹੀਂ ਹੋ ਸਕਦੇ, ਤੁਸੀਂ ਇੰਪਲੋਈ ਹੀ ਬਣੋਗੇ ਉਸ ਕੰਪਨੀ ਦੇ। ਸੋ ਇਹਦੇ ਵਿੱਚ ਸਾਰਿਆਂ ਨਾਲੋਂ ਜਿਹੜੀ ਵੱਡੀ ਇੰਪੋਰਟੈਂਟ ਜਿਹੜੀ ਪਾਰਟ ਹੈਗਾ ਆ ਉਹ ਹੈਗਾ ਆ ਪਾਰਟ B। ਪਾਰਟ B ਕੀ ਕਹਿੰਦਾ ਆ ਕਿ ਤੁਸੀਂ ਜਿਹੜੀ ਇੰਡਸਟਰੀ ਦੇ ਵਿੱਚ ਤੁਸੀਂ ਜਿਹੜੇ ਬੰਦੇ ਕੰਮ ਦੇ ਰਹੇ ਤੁਹਾਨੂੰ ਜਾਂ ਜਿਹੜੀ ਕੰਪਨੀ ਤੁਹਾਨੂੰ ਕੰਮ ਦੇ ਰਹੀ ਹੈ ਇੰਡੀਪੈਂਡੈਂਟ ਕੰਟਰੈਕਟਰ ਨੂੰ, ਤੇ ਇੰਡੀਪੈਂਡੈਂਟ ਕੰਟਰੈਕਟ ਉਹ ਸੇਮ ਲਾਈਨ ਆਫ ਬਿਜ਼ਨਸ 'ਚ ਨਹੀਂ ਹੋਣੇ ਚਾਹੀਦੇ। ਮਤਲਬ ਕਿ ਇੱਕ ਟਰੱਕਿੰਗ ਕੰਪਨੀ ਦੂਜੀ ਟਰੱਕਿੰਗ ਕੰਪਨੀ ਨੂੰ ਲੋਡ ਨਹੀਂ ਦੇ ਸਕਦੀ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਬੜੀ ਹੀ ਕ੍ਰਿਟੀਕਲ ਹੈਗੀ ਆ ABC ਟੈਸਟ ਦੇ ਵਿੱਚ। ਤੇ ਦੂਜੀ ਜਿਹੜੀ ਕ੍ਰਿਟੀਕਲ ਚੀਜ਼ ਹੈਗੀ ਆ ਕਿ ABC ਤਿੰਨੇ ਜਿਹੜੇ ਟੈਸਟ ਹੈਗੇ ਆ, ਤਿੰਨੀਆਂ ਜਿਹੜੀਆਂ ਪਾਰਟਸ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਤੁਹਾਨੂੰ ਉਹਦੇ ਉੱਤੇ ਆਪਣੇ ਤੇ ਲਾਗੂ ਕਰਨਾ ਪੈਣਾ। ਜੇ ਤਿੰਨਾਂ 'ਚੋਂ ਇੱਕ ਵੀ ਤੁਹਾਡੇ 'ਤੇ ਲਾਗੂ ਹੁੰਦੀ ਆ ਤੇ ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਨਹੀਂ ਹੋ ਸਕਦੇ, ਤੁਸੀਂ ਉਸ ਕੰਪਨੀ ਦੇ ਇੰਪਲੋਈ ਹੋਵੋਗੇ। ਸੋ ਇਹ ਜਿਹੜਾ ABC ਟੈਸਟ ਹੈਗਾ ਇਹ ਬੜਾ ਸਟ੍ਰਿਕਟ ਹੈਗਾ, ਇਹ ਬਹੁਤ ਜ਼ਿਆਦਾ ਸਟ੍ਰਿਕਟ ਹੈਗਾ। ਇਹ ਜਿਹੜਾ ABC ਟੈਸਟ ਹੈਗਾ ਇਹ ਬੋਰੇਲੋ ਜਿਹੜਾ ਲਾਅ ਹੈਗਾ, ਬੋਰੇਲੋ ਟੈਸਟ ਹੈਗਾ, ਉਹਨੂੰ ਰਿਪਲੇਸ ਕਰਕੇ ABC ਟੈਸਟ ਜਿਹੜਾ ਲਿਆਂਦਾ ਗਿਆ ਹੈਗਾ। ਸੋ ABC ਟੈਸਟ ਨੂੰ ਸਮਝਣ ਦੇ ਲਈ ਬਹੁਤ ਡੀਟੇਲ ਦੇ ਵਿੱਚ ਜਾਣ ਦੀ ਲੋੜ ਹੈਗੀ ਆ। ਬੜੀਆਂ ਸੋਚੀਆਂ ਸਮਝੀਆਂ ਚੀਜ਼ਾਂ ਤੋਂ ਬਾਅਦ ਇਹ ਜਿਹੜੀ ਚੀਜ਼ ਆ ਇਹ ਹੋਈ ਆ, ਪਰ ਇਹਦੇ ਵਿੱਚ ਲੀਨੀਅੰਸੀ ਦਿੱਤੀ ਜਾਣੀ ਚਾਹੀਦੀ ਸੀ। ਇਹਦੇ 'ਚ ਐਂਡ ਔਰ ਕਰਨਾ ਚਾਹੀਦਾ ਸੀ, ਜਾਂ ਆਹ ਹੋਵੇ ਜਾਂ ਆਹ ਹੋਵੇ ਜਾਂ ਆਹ ਹੋਵੇ। ਇੱਥੇ ਆ ਕਿ ਆਹ ਹੋਵੇ ਨਾਲੇ ਆ ਵੀ ਹੋਵੇ ਤੇ ਨਾਲੇ ਆ ਵੀ ਹੋਵੇ। ਸੋ ਤਿੰਨੇ ਹੀ ਤੁਹਾਨੂੰ ਜਿਹੜੀ ABC ਪਾਰਟ ਹੈਗੇ ਆ ਤਿੰਨੇ ਸੈਟੀਸਫਾਈ ਕਰਨੇ ਪੈਣੇ ਆ ਟੂ ਬੀ ਆ ਇੰਡੀਪੈਂਡੈਂਟ ਕੰਟਰੈਕਟਰ। ਹੁਣ ਇੱਥੇ ਜਦੋਂ ਬਹੁਤ ਉਦੋਂ ਸਾਡਾ ਰੋਸ ਹੋਇਆ, ਬਹੁਤ ਅੱਗੇ ਜਾ ਕੇ ਰੌਲਾ ਪਾਇਆ, ਬੜੀਆਂ ਗੱਲਾਂ ਕੀਤੀਆਂ ਤੇ ਉਦੋਂ ਇਹ ਚੀਜ਼ ਦਿੱਤੀ ਗਈ ਕਿ ਇੱਕ ਬਿਜ਼ਨਸ ਟੂ ਬਿਜ਼ਨਸ ਐਗਜ਼ੰਪਸ਼ਨ ਦਿੱਤੀ ਗਈ ਕਿ ਬਿਜ਼ਨਸ ਟੂ ਬਿਜ਼ਨਸ ਐਗਜ਼ੰਪਸ਼ਨ ਹੈਗੀ ਆ। ਜੇ ਤੁਸੀਂ ਇੱਕ ਬਿਜ਼ਨਸ ਦੂਜੇ ਬਿਜ਼ਨਸ ਨੂੰ ਬਿਜ਼ਨਸ ਦੇ ਰਿਹਾ ਤੇ ਉਹਨੂੰ ਇਸ 'ਚੋਂ ਐਗਜ਼ੰਪਟ ਰੱਖੋ। ਪਰ ਉਹ ਜਿਹੜੀਆਂ 8-9 ਸ਼ਰਤਾਂ ਸੀਗੀਆਂ ਉਹ ਬਿਜ਼ਨਸ ਨੂੰ ਜਿਹੜਾ ਬਿਜ਼ਨਸ ਲੈ ਰਿਹਾ ਕਿਸੇ ਕੋਲੋਂ ਉਹਨੂੰ ਉਹ ਜਿਹੜੀਆਂ ਸ਼ਰਤਾਂ ਆ ਉਹ ਪੂਰੀਆਂ ਕਰਨੀਆਂ ਪੈਣਗੀਆਂ। ਜੇ ਉਹ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਬਿਜ਼ਨਸ ਟੂ ਬਿਜ਼ਨਸ ਐਗਜ਼ੰਪਸ਼ਨ ਦੇ ਵਿੱਚੋਂ ਬਾਹਰ ਨਿਕਲ ਸਕਦਾ, ਇਸ AB ਲਾਅ ਦੇ ਵਿੱਚੋਂ ਬਾਹਰ ਐਗਜ਼ੰਪਟ ਹੋ ਸਕਦਾ। ਸੋ ਇੱਥੇ ਹੁਣ ਆਪਾਂ ਅੱਗੇ ਚੱਲ ਕੇ ਜਿਹੜੀ ਬਿਜ਼ਨਸ ਟੂ ਬਿਜ਼ਨਸ ਐਗਜ਼ੰਪਸ਼ਨਸ ਆ ਉਹਦੇ ਬਾਰੇ 'ਚ ਗੱਲ ਕਰਾਂਗੇ ਕਿ ਕੀ ਆ ਬਿਜ਼ਨਸ ਟੂ ਬਿਜ਼ਨਸ ਐਗਜ਼ੰਪਸ਼ਨ ਔਰ ਕਿਸ ਤਰ੍ਹਾਂ ਤੁਸੀਂ ਬਿਜ਼ਨਸ ਟੂ ਬਿਜ਼ਨਸ ਐਗਜ਼ੰਪਸ਼ਨ ਲੈ ਕੇ ਤੇ ਸਟਿਲ ਕੈਲੀਫੋਰਨੀਆ ਦੇ ਵਿੱਚ ਐਜ਼ ਅ ਇੰਡੀਪੈਂਡੈਂਟ ਓਨਰ ਆਪਰੇਟਰ ਜਿਹੜਾ ਆ ਉਹ ਕੰਮ ਕਰ ਸਕਦੇ ਆ। ਸੋ ਅੱਗੇ ਚੱਲਦੇ ਹਾਂ ਤੇ ਆਪਾਂ ਬਿਜ਼ਨਸ ਟੂ ਬਿਜ਼ਨਸ
ਐਗਜ਼ਾਮਸ਼ਨ ਦੀਆਂ ਜਿਹੜੀਆਂ ਡੀਟੇਲਸ ਆ ਉਹਦੇ ਬਾਰੇ 'ਚ ਗੱਲ ਕਰਦੇ ਹਾਂ। ਤੀਜੀ ਲਓ ਜੀ, ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਦੇ ਵਿੱਚ ਆ ਗਏ ਆਪਾਂ ਹੁਣ। ਤੇ ਇਹਦੇ ਵਿੱਚ ਆਪਾਂ ਜੇ ਚੱਲੀਏ ਤੇ ਪਹਿਲੀ ਗੱਲ ਇਹ ਆ ਕਿ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਦੇ ਵਿੱਚ ਇਹ ਰਿਕੁਆਇਰਮੈਂਟ ਨਹੀਂ ਹੈਗੀ ਕਿ ਤੁਹਾਨੂੰ ਕਾਰਪੋਰੇਸ਼ਨ ਸੈੱਟ ਕਰਨੀ ਪੈਣੀ, LLC ਸੈੱਟ ਕਰਨੀ ਪੈਣੀ ਤਾਂ ਹੀ ਤੁਸੀਂ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਲੈ ਸਕਦੇ ਆ। ਉਹ ਤੁਹਾਡੀ ਆਪਣੀ ਲੋੜ ਮੁਤਾਬਕ ਤੁਸੀਂ ਸੈੱਟ ਕਰ ਸਕਦੇ, ਪਰ ਰਿਕੁਆਇਰਮੈਂਟ ਨਹੀਂ ਹੈਗੀ। ਸੋ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਲੋਕਾਂ ਨੇ ਕਾਰਪੋਰੇਸ਼ਨਾਂ ਸੈੱਟ ਕੀਤੀਆਂ, LLCਆਂ ਬਣਾ ਲਈਆਂ ਕਿ ਸ਼ਾਇਦ ਹੋ ਸਕਦਾ ਇਹ ਕਰਨ ਦੇ ਨਾਲ ਸਾਨੂੰ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਦੇ ਵਿੱਚ ਅਸੀਂ ਪਾਸ ਹੋ ਜਾਵਾਂਗੇ। ਉਹ ਜ਼ਰੂਰੀ ਨਹੀਂ ਹੈਗਾ, ਕਰਨੀ ਆ ਤੁਹਾਡੀ ਮਰਜ਼ੀ ਆ, ਪਰ ਉਹ ਇਹਦੀ ਰਿਕੁਆਇਰਮੈਂਟ ਨਹੀਂ ਹੈਗੀ। ਸੋ ਪਲੀਜ਼ ਜੇ ਤੁਸੀਂ ਇੰਡੀਪੈਂਡੈਂਟ ਓਨਰ ਆਪਰੇਟਰ ਦੀ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਲੈਣੀ ਆ, ਉਹਦੇ ਲਈ ਤੁਸੀਂ ਕਾਰਪੋਰੇਸ਼ਨ ਸੈੱਟ ਕਰਨੀ ਜ਼ਰੂਰੀ ਨਹੀਂ ਗੀ, ਤੁਸੀਂ ਐਜ਼ ਅ ਸੋਲ ਪ੍ਰੋਪਰਾਈਟਰ ਵੀ ਇਹ ਐਗਜ਼ਾਮਸ਼ਨ ਲੈ ਸਕਦੇ ਆ। ਸੋ ਆਪਾਂ ਚੱਲੀਏ ਜੀ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਦੇ ਵਿੱਚ। ਹੁਣ ਬਿਜ਼ਨਸ ਟੂ ਬਿਜ਼ਨਸ ਐਗਜ਼ਾਮਸ਼ਨ ਕੀ ਕਹਿੰਦੀ ਆ ਕਿ ਤੁਸੀਂ ਪਹਿਲਾਂ ਤਾਂ ਬਰੋਇਲੋ ਟੈਸਟ ਜਿਹੜਾ ਹੈਗਾ ਉਹ ਸੈਟਿਸਫਾਈ ਕਰਨਾ, ਤੇ ਬਰੋਇਲੋ ਟੈਸਟ ਸੈਟਿਸਫਾਈ ਕਰਨ ਤੋਂ ਬਾਅਦ ਤੁਹਾਡੀਆਂ ਆਹ ਜਿਹੜੀਆਂ ਜ਼ਰੂਰਤਾਂ ਆ, ਆਹ ਜਿਹੜੀ ਮੈਂ ਤੁਹਾਨੂੰ ਸ਼ਰਤਾਂ ਦੱਸਣ ਲੱਗਾ, ਇਹ ਜਿਹੜੀਆਂ ਆ ਇਹ ਪੂਰੀਆਂ ਕਰਨੀਆਂ। ਸੋ ਇਹਨਾਂ ਦੇ ਵਿੱਚ ਪਹਿਲੀ ਜਿਹੜੀ ਸ਼ਰਤ ਹੈਗੀ ਆ ਕਿ ਜਿਹੜਾ ਹਾਇਰ ਕੀਤਾ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ, ਓਨਰ ਆਪਰੇਟਰ ਹੈਗਾ, ਉਹ ਹਾਇਰਿੰਗ ਜਿਹਨੇ ਉਹਨੂੰ ਹਾਇਰ ਕੀਤਾ, ਜਿਹਨੇ ਉਹਨੂੰ ਲੋਡ ਦਿੱਤਾ, ਉਹਦੀਆਂ ਡਾਇਰੈਕਟ ਕੰਟਰੋਲ ਡਾਇਰੈਕਸ਼ਨ ਦੇ ਵਿੱਚੋਂ ਬਾਹਰ ਹੋਣਾ ਚਾਹੀਦਾ। ਉਹ ਮਤਲਬ ਕਿ ਕੰਪਨੀ ਉਹਨੂੰ ਡਾਇਰੈਕਟਲੀ ਕੰਟਰੋਲ ਨਹੀਂ ਕਰਦੀ ਹੋਣੀ ਚਾਹੀਦੀ, ਔਰ ਇਹ ਚੀਜ਼ਾਂ ਜਿਹੜੀਆਂ ਇਹ ਕਾਂਟਰੈਕਟ ਦੇ ਵਿੱਚ ਲਿਖੀਆਂ ਹੋਣੀਆਂ ਚਾਹੀਦੀਆਂ। ਸੋ ਤੁਹਾਡਾ ਕਾਂਟਰੈਕਟ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਹਾਇਰਿੰਗ ਫਰਮ ਦੇ ਨਾਲ ਕਿ ਤੁਸੀਂ ਕੀ ਕਰ ਰਹੇ ਹੋ ਉਹਨਾਂ ਦੇ ਲਈ। ਉਸ ਤੋਂ ਬਾਅਦ ਜਿਹੜੀ ਅਗਲੀ ਸ਼ਰਤ ਹੈਗੀ ਆ ਕਿ ਤੁਸੀਂ ਸਰਵਿਸਿਜ਼ ਡਾਇਰੈਕਟਲੀ ਉਸ ਫਰਮ ਨੂੰ ਪ੍ਰੋਵਾਈਡ ਕਰਨੀਆਂ, ਨਾ ਕਿ ਉਹਦੇ ਕਸਟਮਰਾਂ ਨੂੰ। ਸੋ ਤੁਸੀਂ ਸਰਵਿਸਿਜ਼ ਜਿਹੜੀਆਂ ਆ ਉਹ ਹਾਇਰਿੰਗ ਫਰਮ ਨੂੰ ਪ੍ਰੋਵਾਈਡ ਕਰਨੀਆਂ, ਤਾਂ ਮਤਲਬ ਕਹਿਣ ਦਾ ਕਿ ਉਹਨਾਂ ਦੇ ਨਾਂ ਤੇ ਜਿਹੜਾ ਕੰਮ ਹੋਣਾ ਚਾਹੀਦਾ, ਉਹਨਾਂ ਵੱਲੋਂ ਕੰਮ ਦਿੱਤਾ ਗਿਆ ਹੋਣਾ ਚਾਹੀਦਾ, ਨਾ ਕਿ ਉਹਦੇ ਕਸਟਮਰ ਵੱਲੋਂ। ਸੋ ਇਹ ਵੀ ਬਹੁਤ ਇੱਕ ਜ਼ਰੂਰੀ ਜਿਹੜੀ ਚੀਜ਼ ਹੈਗੀ ਆ ਕਿ ਜਿਹੜੀ ਤੁਹਾਡੇ ਅਪਲਾਈ ਕਰਨੀ ਪੈਣੀ ਆ, ਤੁਹਾਨੂੰ ਸ਼ਰਤ ਜਿਹੜੀ ਆ ਮਨਜ਼ੂਰ ਕਰਨੀ ਪੈਣੀ ਆ। ਇਹਦੇ ਤੋਂ ਬਾਅਦ ਜਿਹੜਾ ਤੁਹਾਡਾ ਸ਼ਰਤ ਅਗਲੀ ਜਿਹੜੀ ਹੈਗੀ ਆ ਉਹਦੇ 'ਚ ਹੈਗਾ ਕਿ ਤੁਹਾਡਾ ਕਾਂਟਰੈਕਟ ਲਿਖਿਆ ਹੋਣਾ ਚਾਹੀਦਾ, ਜਿਸ 'ਚ ਸਪੈਸੀਫਾਈ ਕੀਤਾ ਹੋਣਾ ਚਾਹੀਦਾ ਕਿ ਪੇਮੈਂਟ ਕਿੰਨੀ ਮਿਲਣੀ ਆ, ਕਿੰਨਾ ਤੁਹਾਨੂੰ ਪੈਸਾ ਮਿਲਣਾ ਆ, ਕਿਹੜੀਆਂ ਸਰਵਿਸ ਪਰਫੋਰਮ ਕੀਤੀਆਂ ਜਾਣੀਆਂ, ਡਿਊ ਡੇਟ। ਇਹ ਆਪਾਂ ਲੋਡ ਕਨਫਰਮੇਸ਼ਨ ਨੂੰ ਮੰਨ ਕੇ ਚੱਲ ਸਕਦੇ ਹਾਂ ਕਿ ਇਹ ਉਹ ਵਾਲਾ ਕਾਂਟਰੈਕਟ ਮੰਨਿਆ ਜਾ ਸਕਦਾ ਹੈ। ਉਸ ਤੋਂ ਬਾਅਦ ਜਿਹੜਾ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ ਆ ਉਹਨੂੰ ਬਿਜ਼ਨਸ ਲਾਇਸੈਂਸ, ਬਿਜ਼ਨਸ ਟੈਕਸ ਰਜਿਸਟ੍ਰੇਸ਼ਨ ਉਹ ਸਾਰੀ ਉਹਨੂੰ ਆਪਦੇ ਨਾਂ ਦੇ ਵਿੱਚ ਕਰਵਾਉਣੀ ਪਊਗੀ। ਅਗਲੀ ਜਿਹੜੀ ਸ਼ਰਤ ਹੈਗੀ ਆ ਉਹ ਹੈਗੀ ਆ ਕਿ ਉਹਦੀ ਬਿਜ਼ਨਸ ਲੋਕੇਸ਼ਨ ਜਿਹੜੀ ਆ ਉਹ ਬਿਲਕੁਲ ਜਿਹੜੀ ਹਾਇਰਿੰਗ ਐਂਟਿਟੀ ਆ ਜਿਨ੍ਹਾਂ ਨੇ ਲੋਡ ਦਿੱਤਾ ਆ ਉਹਦੇ ਤੋਂ ਬਿਲਕੁਲ ਸੈਪਰੇਟ ਹੋਣੀ ਚਾਹੀਦੀ। ਉਹਦਾ ਘਰ ਵੀ ਹੋ ਸਕਦਾ, ਇੰਡੀਪੈਂਡੈਂਟ ਕਾਂਟਰੈਕਟਰ ਓਨਰ ਆਪਰੇਟਰ ਦਾ ਘਰ ਵੀ ਆਪਣਾ ਐਡਰੈਸ ਹੋ ਸਕਦਾ, ਉਹ ਉਹਦਾ ਬਿਜ਼ਨਸ ਐਡਰੈਸ ਹੋ ਸਕਦਾ। ਸੋ ਇਵੇਂ ਵੀ ਇਹ ਵੀ ਜਿਹੜੀ ਚੀਜ਼ ਆ ਇਹ ਜ਼ਰੂਰੀ ਮਤਲਬ ਕਿ ਐਸਟੈਬਲਿਸ਼ ਕਰਨੀ ਪੈਣੀ ਆ। ਉਸ ਤੋਂ ਬਾਅਦ ਜਿਹੜਾ ਓਨਰ ਆਪਰੇਟਰ ਹੈਗਾ, ਇੰਡੀਪੈਂਡੈਂਟ ਕਾਂਟਰੈਕਟਰ ਹੈਗਾ, ਉਹ ਇੰਡੀਪੈਂਡੈਂਟਲੀ ਐਸਟੈਬਲਿਸ਼ ਬਿਜ਼ਨਸ ਹੈਗਾ ਜਿਹਦੇ ਵਿੱਚ ਕਿ ਉਹ ਵਰਕ ਪਰਫੋਰਮ ਕਰਦਾ ਹੈਗਾ, ਉਹ ਲੋਡਸ ਵਗੈਰਾ ਕਰਦੇ ਹੈਗੇ ਆ, ਉਹ ਇੰਡੀਪੈਂਡੈਂਟਲੀ ਪਰਫੋਰਮ ਕਰਦਾ ਹੋਣਾ ਚਾਹੀਦਾ ਹੈ। ਉਸ ਤੋਂ ਅਗਲੀ ਸ਼ਰਤ ਜਿਹੜੀ ਆ ਕਿ ਉਹ ਇੰਡੀਪੈਂਡੈਂਟ ਕਾਂਟਰੈਕਟਰ ਜਿਹੜਾ ਉਹ ਓਨਰ ਆਪਰੇਟਰ ਜਿਹੜਾ ਆ ਉਹ ਹੋਰ ਫਰਮਾਂ ਵਾਸਤੇ, ਹੋਰ ਕੰਪਨੀਆਂ ਵਾਸਤੇ ਵੀ ਅਵੇਲੇਬਲ ਹੋਣਾ ਚਾਹੀਦਾ ਜੇ ਉਹ ਉਹਨਾਂ ਨਾਲ ਕੰਮ ਕਰਨਾ ਚਾਹਣ। ਸੋ ਮਤਲਬ ਕਿ ਮਲਟੀਪਲ ਕੰਪਨੀਜ਼ ਦੇ ਨਾਲ ਉਹਨੂੰ ਕੰਮ ਕਰਨ ਦੀ ਛੋਟ ਹੋਣੀ ਚਾਹੀਦੀ ਆ, ਮਲਟੀਪਲ ਕੰਪਨੀਜ਼ ਦੇ ਨਾਲ ਲੋਡ ਕਰਨ ਦੀ ਛੋਟ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਜਿਹੜਾ ਅਗਲਾ ਹੈਗਾ ਕਿ ਉਹ ਆਪਦੇ ਆਪ ਨੂੰ ਐਡਵਰਟਾਈਜ਼ ਕਰਦਾ ਹੋਵੇ, ਆਪਦੇ ਆਪ ਨੂੰ ਦੂਜੀਆਂ ਕੰਪਨੀਆਂ ਨੂੰ ਦਰਸਾਉਂਦਾ ਹੋਵੇ ਵੀ ਮੈਂ ਅਵੇਲੇਬਲ ਹੈਗਾ, ਮੈਂ ਕੰਮ ਦੇ ਲਈ ਇੱਥੇ ਹੈਗਾ, ਉਹਦੀ ਐਡਵਰਟਾਈਜ਼ਮੈਂਟ ਹੋਣੀ ਚਾਹੀਦੀ, ਉਹਦਾ ਕੁਛ ਨਾ ਕੁਛ ਕਿਸੇ ਨਾ ਕਿਸੇ ਤਰੀਕੇ ਨਾਲ ਬਾਕੀ ਕੰਪਨੀਆਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਇੱਕ ਓਨਰ ਆਪਰੇਟਰ ਹੈਗਾ ਜਿਹਨੂੰ ਅਸੀਂ ਕੰਮ ਦੇ ਸਕਦੇ ਹਾਂ। ਉਹ ਜਿਹੜਾ ਓਨਰ ਆਪਰੇਟਰ ਹੈਗਾ ਉਹ ਆਪਦੇ ਟੂਲ, ਆਪਦਾ ਵਹੀਕਲ, ਆਪਦਾ ਇਕੁਇਪਮੈਂਟ ਹੋਣਾ ਚਾਹੀਦਾ ਉਹਦਾ। ਸੋ ਕਹਿਣ ਦਾ ਭਾਵ ਇਹ ਆ ਕਿ ਟਰੱਕ, ਟ੍ਰੇਲਰ ਤੇ ਹਰ ਚੀਜ਼ ਜਿਹੜੀ ਉਹ ਆਪਣੇ ਕੰਮ ਵਾਸਤੇ ਵਰਤ ਰਿਹਾ ਉਹਦੀ ਆਪ ਦੀ ਹੋਣੀ ਚਾਹੀਦੀ ਆ, ਉਹ ਉਸੇ ਕੰਪਨੀ ਕੋਲੋਂ ਲੀਜ਼ ਤੇ ਨਹੀਂ ਲਈ ਹੋਣੀ ਚਾਹੀਦੀ। ਉਸ ਤੋਂ ਅਗਲਾ ਹੈ ਜੀ ਉਹ ਬੰਦਾ ਆਪਦਾ, ਉਹ ਇੰਡੀਪੈਂਡੈਂਟ ਕਾਂਟਰੈਕਟਰ ਓਨਰ ਆਪਰੇਟਰ ਜਿਹੜਾ ਉਹ ਆਪਦਾ ਰੇਟ ਜਿਹੜਾ ਨੈਗੋਸ਼ੀਏਟ ਕਰ ਸਕਦਾ ਹੋਵੇ ਉਸ ਕੰਪਨੀ ਨਾਲ। ਇਹ ਨਾ ਹੋਵੇ ਕਿ ਕੰਪਨੀ ਉਹਨੂੰ ਸੈੱਟ ਰੇਟ ਦਿੰਦੀ, ਭਾਈ ਤੈਨੂੰ ਇੰਨਾ ਹੀ ਮਿਲਣਾ, ਇੰਨੇ 'ਚ ਤੂੰ ਜਾਏਗਾ, ਇੰਨੇ 'ਚ ਤੂੰ ਆਏਗਾ, ਦੈਟਸ ਇਟ। ਤੂੰ ਰੇਟ ਨਹੀਂ ਨੈਗੋਸ਼ੀਏਟ ਕਰ ਸਕਦਾ, ਤੁਸੀਂ ਰੇਟ ਉੱਤੇ ਥੱਲੇ ਨਹੀਂ ਕਰ ਸਕਦੇ, ਆਹ ਰੇਟ ਦੇਣਾ ਅਸੀਂ, ਤੁਸੀਂ ਇੱਥੇ ਹੀ ਚੱਲਣਾ ਹੈ। ਸੋ ਉਹ ਵੀ ਨਹੀਂ ਕਰ ਸਕਦੇ। ਜਿਹੜਾ ਆ ਕਿ ਜਿਹੜੇ ਤੁਸੀਂ ਤੁਹਾਡਾ ਨੇਚਰ ਆਫ ਵਰਕ ਆ, ਕੰਸਿਸਟੈਂਟ ਆਵਰਸ ਆ, ਜੋ ਵੀ ਕੁਛ ਆ ਉਹ ਤੁਸੀਂ ਆਪ ਸੈੱਟ ਕਰਦੇ ਹੋਣੇ ਚਾਹੀਦੇ ਆ। ਅਤੇ ਜਿਹੜਾ ਕੰਮ ਤੁਸੀਂ ਕਰਦੇ ਆ ਉਹਦੇ ਲਈ ਕਿਸੇ ਵੀ ਸਟੇਟ ਜਾਂ ਬੋਰਡ ਦਾ ਲਾਇਸੈਂਸ ਦੀ ਰਿਕੁਆਇਰਮੈਂਟ ਨਾ ਹੋਵੇ। ਸੋ ਜਿਹੜੀ ਕਿ ਨਹੀਂ ਹੈਗੀ ਟਰੱਕਿੰਗ ਦੇ ਓਨਰ ਆਪਰੇਟਰਸ ਵਾਸਤੇ, ਸਟੇਟ ਬੋਰਡ ਕਾਂਟਰੈਕਟਰ ਲਾਇਸੈਂਸ ਨਹੀਂ ਹੈਗਾ, ਉਹ ਇੱਕ ਨਵੀਂ ਇੱਕ ਡਿਫਰੈਂਟ ਹੈਗੀ ਆ
ਏਰੀਆ ਹੈਗਾ ਜਿਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਸੇ ਦਿਨ। ਤੇ ਇੱਥੇ ਜਿਹੜੀਆਂ ਐਗਜ਼ਾਮਸ਼ਨਸ, ਫਿਰ ਇੱਥੇ ਇੱਕ ਵਾਰੀ ਬਾਰ-ਬਾਰ ਇਹ ਗੱਲ ਕੀਤੀ ਜਾਂਦੀ ਹੈ ਇਹਦੇ ਵਿੱਚ ਕਿ ਜਿਹੜੀਆਂ ਐਗਜ਼ਾਮਸ਼ਨਸ ਲੈਣੀਆਂ ਉਹਦੇ ਲਈ ਤੁਹਾਨੂੰ ਆਪਣੇ ਆਪ ਨੂੰ ਐਜ਼ ਮਤਲਬ ਕਿ ਪਾਰਟਨਰਸ਼ਿਪ, ਮੈਂਬਰਸ਼ਿਪ, ਲਿਮਿਟਡ ਲਾਇਬਿਲਿਟੀ ਕੰਪਨੀ, ਕਾਰਪੋਰੇਸ਼ਨ ਜਾਂ ਇੱਦਾਂ ਦੀ ਕੋਈ ਚੀਜ਼ ਦੀ ਤੁਸੀਂ ਇਸਟੈਬਲਿਸ਼ ਸਿਰਫ ਤੇ ਸਿਰਫ ਉੱਦਾਂ ਦੀ ਕੋਈ ਚੀਜ਼ ਇਸਟੈਬਲਿਸ਼ ਕਰਕੇ ਇਹਦੇ ਚੋਂ ਬਾਹਰ ਨਹੀਂ ਨਿਕਲ ਸਕਦੇ। ਆਪ ਜੀ ਨੂੰ ਜ਼ਰੂਰੀ ਆ ਕਿ ਤੁਸੀਂ ਉਹਦੇ ਵਿੱਚ ਡੈਫੀਨੇਟਲੀ ਤੁਸੀਂ ਐਜ਼ ਅ ਸੋਲ ਪ੍ਰੋਪਰਾਈਟਰ ਵੀ ਇਸ ਐਗਜ਼ਾਮਸ਼ਨ ਨੂੰ ਲੈ ਸਕਦੇ ਆ। ਸੋ ਆਪਾਂ ਅੱਗੇ ਚੱਲ ਕੇ ਡੀਟੇਲ ਦੇ ਵਿੱਚ ਗੱਲ ਕਰਿਆ ਕਰਾਂਗੇ ਕਿ ਇਹ ਕਿਸ ਤਰ੍ਹਾਂ ਜਿਹੜਾ ਸਾਰਾ ਕੁਝ ਇਹ ਕੰਮ ਕੀਤਾ ਜਾ ਸਕਦਾ। ਪਰ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਕਿਉਂਕਿ ਆਪਾਂ ਸਿਰਫ ਤੇ ਸਿਰਫ AB5 ਤੇ ਉਹਦੀ ਬਿਜ਼ਨਸ ਐਗਜ਼ਾਮਸ਼ਨ ਬਾਰੇ ਗੱਲ ਕਰਨੀ ਸੀਗੀ। ਆਪਾਂ ਹੋਰ ਜ਼ਿਆਦਾ ਇਸ ਪ੍ਰੋਗਰਾਮ ਦੇ ਵਿੱਚ ਗੱਲ ਨਹੀਂ ਕਰਾਂਗੇ ਕਿਉਂਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਓਨਾ ਕੀ ਹੁੰਦਾ ਆ ਆਪਣੇ ਕੋਲ। ਤੇ ਇੱਥੇ ਫਿਰ ਮੈਂ ਇੱਕ ਵਾਰੀ ਸਾਰਿਆਂ ਨੂੰ ਇਹ ਗੱਲ ਕਹੂੰਗਾ ਕਿ ਜਿਹੜੀ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੇ ਉਹ ਤੁਹਾਡੇ WhatsApp ਗਰੁੱਪ ਦੇ ਵਿੱਚ ਆਉਂਦੀ ਆ ਜਾਂ ਕਿਤੇ ਵੀ ਆਉਂਦੀ ਆ, ਉਹਨੂੰ ਪਲੀਜ਼ ਜਾਚੇ ਤੋਂ ਬਿਨਾਂ, ਦੇਖੇ ਤੋਂ ਬਿਨਾਂ, ਸਮਝੇ ਤੋਂ ਬਿਨਾਂ ਅੱਗੇ ਫਾਰਵਰਡ ਨਾ ਕਰੋ। FMCSA ਦਾ ਇਹ ਕੋਈ ਲੇਖਾ ਦੇਖਾ ਨਹੀਂ ਹੈਗਾ। ਇਹ ਜਿਹੜਾ ਲਾਅ ਹੈਗਾ ਇਸ ਵੇਲੇ US ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਹ ਪਿਆ ਹੈਗੀ ਹੈ ਫਾਈਲ। US ਸੁਪਰੀਮ ਕੋਰਟ ਜੇ ਇਸ ਲਾਅ ਨੂੰ, ਇਸ ਫਾਈਲ ਨੂੰ ਸੁਣਨ ਤੋਂ ਮਨਾ ਕਰ ਦਿੰਦੀ ਆ ਤੇ ਫਿਰ ਅਗਲੇ ਦਿਨ ਹੀ ਇਹ ਜਿਹੜਾ ਕੈਲੀਫੋਰਨੀਆ 'ਚ ਲਾਗੂ ਹੋ ਜਾਣਾ। ਜੇ ਸੁਪਰੀਮ ਕੋਰਟ ਜਿਹੜੀ ਆ ਉਹ ਇਸ ਲਾਅ ਨੂੰ ਕਹਿੰਦੀ ਆ ਕਿ ਅਸੀਂ ਸੁਣਾਂਗੇ, ਉਹ ਫਿਰ ਕਹਿੰਦੇ ਆ ਵੀ ਓਕੇ ਠੀਕ ਆ ਫਲਾਨੀ ਤਰੀਕ ਨੂੰ ਆ ਜਾਓ, ਇੱਦਣ ਫਿਰ ਤੁਹਾਡੀ ਸੁਣਵਾਈ ਹੋਊਗੀ। ਤੇ ਉਹ ਜਿੰਨਾ ਦੇਰ ਤੱਕ ਸੁਣਵਾਈ ਨਹੀਂ ਹੁੰਦੀ ਜਾਂ ਜਿੰਨਾ ਦੇਰ ਤੱਕ ਸੁਣਵਾਈ ਚੱਲਦੀ ਆ ਉਨੀ ਦੇਰ ਤੱਕ ਤੁਹਾਡੀ ਐਗਜ਼ਾਮਸ਼ਨ ਰਹੂਗੀ, ਉਨੀ ਦੇਰ ਤੱਕ ਇਹ ਲਾਅ ਜਿਹੜਾ ਤੁਹਾਡੇ ਤੇ ਲਾਗੂ ਹੋਣੋਂ ਰੁਕਿਆ ਰਹੂਗਾ। ਜਿਹੜੀ ਸੁਪਰੀਮ ਕੋਰਟ ਹੈਗੀ ਆ ਉਹ 98% ਇਹੋ ਜਿਹੀਆਂ ਫਾਈਲਾਂ ਦੇ ਉੱਤੇ ਘੱਟ ਜਿਹੜੀ ਸੁਣਵਾਈ ਕਰਦੀ ਹੈਗੀ ਆ। ਔਰ ਇੱਕ ਹੋਰ ਵੀ ਸੈਟਬੈਕ ਲੱਗਾ ਹੈਗਾ ਕਿ ਜਿਹੜਾ ਇਸ ਵੇਲੇ ਆਪਣੇ ਅਟਾਰਨੀ ਜਨਰਲ ਹੈਗੇ ਆ, ਉਹਨਾਂ ਨੇ ਜਿਹੜੇ US ਦੇ ਹੈਗੇ ਆ, ਉਹਨਾਂ ਨੇ ਇਹਨੂੰ ਫਾਈਲ ਨੂੰ, ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਇੱਥੇ ਆਪਣੇ ਵਿਚਾਰ ਦਿਓ ਕਿ ਤੁਸੀਂ ਇਸ ਫਾਈਲ ਨੂੰ ਸੁਣਿਆ ਜਾਵੇ। ਤੇ ਉਹਨਾਂ ਨੇ ਸੁਪਰੀਮ ਕੋਰਟ ਨੂੰ ਇਹ ਕਿਹਾ ਕਿ ਇਸ ਫਾਈਲ ਨੂੰ ਸੁਣਨ ਦੀ ਤੁਹਾਨੂੰ ਲੋੜ ਨਹੀਂ ਹੈਗੀ। ਸੋ ਜ਼ਰੂਰੀ ਨਹੀਂਗਾ ਤੁਸੀਂ ਇਸ ਫਾਈਲ ਨੂੰ ਸੁਣੋ। ਸੋ ਇਹਦੇ ਬਾਰੇ ਵਿੱਚ ਹੋਰ ਡੀਟੇਲ ਦੇ ਵਿੱਚ ਗੱਲਾਂ ਵੀ ਆਉਣ ਵਾਲੇ ਪ੍ਰੋਗਰਾਮਾਂ 'ਚ ਕਰਾਂਗੇ। ਸੋ ਹਾਲ ਦੀ ਘੜੀ ਇਹ ਫਾਈਲ US ਸੁਪਰੀਮ ਕੋਰਟ ਦੇ ਕੋਲ ਪਈ ਆ। ਜੇ US ਸੁਪਰੀਮ ਕੋਰਟ ਇਹਨੂੰ ਸੁਣਨ ਤੋਂ ਨਾ ਕਰ ਦਿੰਦੀ ਆ ਤੇ ਅਗਲੇ ਦਿਨ ਇਹ ਲਾਗੂ ਹੋ ਜਾਊਗੀ। ਜੇ ਉਹਨੂੰ ਸੁਣ ਲੈਂਦੀ ਆ ਤੇ ਫਿਰ ਜਿੰਨੀ ਦੇਰ ਤੱਕ ਉਹਦੀ ਸੁਣਵਾਈ ਚੱਲਦੀ ਉਨੀ ਦੇਰ ਤੱਕ ਇਹ ਫਾਈਲ ਅੱਗੇ ਖਿਸਕਦੀ ਰਹੂਗੀ ਤੇ ਇਹ ਜਿਹੜੀ ਐਗਜ਼ਾਮਸ਼ਨ ਹੈਗੀ ਆ ਜਾਂ ਤੁਹਾਡੀ ਜਿਹੜੀ ਉੱਤੇ ਰੋਕ ਲੱਗੀ ਹੈ ਇਸ ਲਾਅ ਤੇ ਉਹ ਲੱਗੀ ਰਹੂਗੀ। ਤੇ ਇੱਦਾਂ ਹੀ ਸੁਣਦੇ ਰਹੋ। ਤੁਹਾਨੂੰ ਹੋਰ ਕੋਈ ਵੀ ਇਨਫੋਰਮੇਸ਼ਨ ਦੀ ਲੋੜ ਹੈਗੀ ਜਾਂ ਇਸ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਕੋਈ ਵੀ ਐਡਵਰਟਾਈਜ਼ਮੈਂਟ ਕਰਨੀ ਹੈਗੀ ਆ ਤੇ ਸਾਨੂੰ info@ramantello.show ਦੇ ਉੱਤੇ ਈਮੇਲ ਕਰੋ ਜਾਂ ਸਾਨੂੰ 5597018000 ਦੇ ਉੱਤੇ ਟੈਕਸਟ ਕਰਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਐਡਵਰਟਾਈਜ਼ਮੈਂਟ ਕਰਨ ਦੀ ਇਨਫੋਰਮੇਸ਼ਨ ਲੈ ਸਕਦੇ ਆ। ਤੇ ਸਾਰਿਆਂ ਨੂੰ ਆਉਣ ਵਾਲੇ ਸਮੇਂ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਟੇ ਸੇਫ। ਇਨ੍ਹਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantelloshow.com ਤੇ ਕੰਟੈਕਟ ਕਰੋ। ਹੈ ਨਵਾਂ ਪਿੱਕਾ, ਉਹ ਵੀ ਪੂਰਾ ਸਜਾਇਆ। ਤੂੰ ਕਿਤੇ 2 ਨੰਬਰੀ ਗੇੜਾ ਤਾਂ ਨਹੀਂ ਲਾਇਆ? ਉਹ 2 ਨੰਬਰੀਆਂ ਕੋਲੋਂ ਤਾਂ ਖੇੜਾ ਛੁਡਾਇਆ। ਓਏ ਆਪਾਂ ਟਰੱਕ ਫਰੈਂਜ਼ਨੋ ਟਰਾਂਸਪੋਰਟ ਸਿੰਗਰ ਵਾਲਿਆਂ ਨਾਲ ਲਾਇਆ। 7% ਡਿਸਪੈਚ, 100% ਡੈਡੀਕੇਟਡ ਲੋਡ, ਸਾਰਾ ਸਾਲ ਕੈਲੀਫੋਰਨੀਆ ਤੋਂ ਟੈਕਸਸ, ਵਾਸ਼ਿੰਗਟਨ, ਮੈਰੀਲੈਂਡ, ਫਲੋਰੀਡਾ, ਨਿਊ ਜਰਸੀ ਦੇ ਰਾਉਂਡ ਟ੍ਰਿਪ। ਪੇਪਰ ਡ੍ਰੌਪ ਕਰੋ, ਪੇਮੈਂਟ ਸਿੱਧੀ ਖਾਤੇ 'ਚ। 35 ਸੈਂਟ ਡਿਸਕਾਊਂਟ ਵਾਲੇ ਫਿਊਲ ਕਾਰਡ, ਰੀਫਰ ਤੇ ਡਰਾਈ ਵੈਨ ਵੀ ਦਿੰਦੇ ਨੇ। ਤੁਸੀਂ ਗੇੜੇ ਲਾਉਣ ਵਾਲੇ ਬਣੋ, ਅਸੀਂ ਲੋਡ ਨਹੀਂ ਮੁੱਕਣ ਦਿੰਦੇ ਸਾਰਾ ਸਾਲ। ਓਨਰ ਆਪਰੇਟਰ ਅੱਜ ਹੀ ਕੰਟੈਕਟ ਕਰਨ। ਜਸ਼ਨਦੀਪ ਸਿੰਘ ਨਾਨੋਵਾਲੀਆ 5597870915 ਫ੍ਰੈਜ਼ਨੋ ਟਰਾਂਸਪੋਰਟ ਸਿੰਗਰ। ਹੁਣ ਲਓ 55 ਸੈਂਟਸ ਤੱਕ ਦਾ ਫਿਊਲ ਡਿਸਕਾਊਂਟ। ਅਪਲਾਈ ਕਰਨ ਲਈ gonapta.org ਤੇ ਜਾਓ। ਕੋਈ ਫੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ।